सत श्री अकाल दोस्तों, वैलकम टू डोर स्टैप एजुकेशन पॉइंट। अज दी अंग्रेजी पैडागोजी दी क्लास विच कुछ प्रश्नां नूं डिस्कस करांगे। ये वीडियो तुहाडे पेपर 1 ਅਤੇ 2 दोनों ਲਈ ही यूजफुल है। सो वीडियो की शुरुआत करन तो पहला चैनल नूं सबसक्राइब कर दिओ, वीडियो नूं लाइक कर दिओ। सो साथियों, जिन्हां ने अजे तक भी आपदे PS टेट की तैयारी नहीं शुरू की, जेकर तुसी सिर्फ तो सिर्फ इन्हां प्रश्नां नूं देख लैंदे हो, समझ लैंदे हो, तां भी तुसी बाकियां नालों तां बैटर ही अटैम्प्ट करोगे आपदा पेपर एंड हो सकदा तुसी चंगे नंबरां नाल पास भी हो जाओ। सो दोस्तों, करते हैं हुण अपनी वीडियो की शुरुआत। सैशन की PDF नूं प्राप्त करने के लिए अपना टैलीग्राम चैनल जिहड़ा हैगा जी वो ज्वाइन जरूर कर लिओ। सो अज दा अपना जिहड़ा पहला प्रश्न हैगा जी, इस तो पहला असी 60 क प्रश्न डिस्कस कर चुके हैं। ਇਹਦਾ मतलब यही है कि ਅਸੀਂ 4 ਜਿਹੜੇ प्रीवियस ईयर ਹੈਗੇ ਆ ਜੀ ਉਹ ਡਿਸਕਸ ਕਰ ਚੁੱਕੇ ਹਾਂ। ਹੁਣ ਵੇਖੋ ਤੁਸੀਂ, in order to make evaluation an enabling factor for learning, ਤੁਸੀਂ ਕਰਨਾ ਕੀ ਚਾਹੁੰਦੇ ਹੋ? ਤੁਸੀਂ ਇਵੈਲੂਏਸ਼ਨ ਦੀ ਵਰਤੋਂ ਕਰ ਰਹੇ ਹੋ ਜਿਹਦੇ ਨਾਲ ਬੱਚਿਆਂ ਦੀ ਜਿਹੜੀ ਪ੍ਰੋਗਰੈਸ ਹੈਗੀ ਆ ਉਹ ਵਧੀਆ ਹੋਵੇ। ਇਹੀ ਲਿਖਿਆ ਨਾ, in order to make evaluation an enabling factor for learning rather than an impediment। ਭਾਵ ਇਹ ਕਿ ਜਿਹੜੀ ਇਵੈਲੂਏਸ਼ਨ ਆਪਾਂ ਕਰਦੇ ਹਾਂ, ਮੁਲਾਂਕਣ ਕਰਦੇ ਹਾਂ, ਮੁਲਾਂਕਣ ਜਿਹੜਾ ਹੈਗਾ ਜੀ ਉਹ ਬੱਚਿਆਂ ਦੇ ਲਈ ਇੱਕ ਪ੍ਰੋਗਰੈਸਿਵ ਟੂਲ ਸਾਬਿਤ ਹੋਵੇ, ਨਾ ਕਿ ਕੋਈ ਰੁਕਾਵਟ ਬਣੇ। ਸੋ ਇਹਦੇ ਲਈ ਤੁਹਾਨੂੰ ਕੀ ਲੱਗਦਾ ਆ, ਥੱਲੇ ਦਿੱਤੀਆਂ ਗਈਆਂ ਆਪਸ਼ਨਾਂ ਵਿੱਚੋਂ ਕਿਹੜੀ ਆਪਸ਼ਨ ਸਹੀ ਹੋਏਗੀ ਜਿਹਦੇ ਨਾਲ ਤੁਸੀਂ ਬੱਚਿਆਂ ਦੀ ਲਰਨਿੰਗ ਵਧੀਆ ਤਰੀਕੇ ਨਾਲ ਕਰ ਸਕਦੇ ਹੋ? ਕੀ ਇਹ ਅਚੀਵਮੈਂਟ ਟੈਸਟ ਹੈ ਜਾਂ ਫਿਰ ऑब्जेक्टिव टाइप टेस्ट है, पोर्टफोलियो मोड है या फिर ऑल द अबव? सही जवाब की जेकर गल करते हैं, मेरे जवाब देने तो पहला तुसी जवाब दे दिओ। अचीवमेंट टेस्ट ते ऑब्जेक्टिव टाइप टेस्ट इन्हां दा जिहड़ा स्कोप हैगा जी काफ़ी लिमिटेड हैगा आ। मतलब ये कुछ सिलैक्टिव चीज़ां दी ही मुलांकण करन दे विच मदद करनगे। बट पोर्टफोलियो जिहड़ा मोड हैगा जी, इहदे विच बच्चिआं दी सारी जानकारी होनी आ, सारियां अचीवमेंट्स बारे गल कीती होनी आ, वीकनेसिस हो गई, बाकी होर भी जिहड़ी डिटेल होनी आ। एंड ये जिहड़ी चीज़ हैगी आ बच्चियां दी ओवरऑल लर्निंग दे विच इंप्रूवमेंट करन दे विच हैल्प करू पोर्टफोलियो मोड। सो ऑप्शन नंबर C जवाब नूं तुसीं लगा सकदे हो टिक। चलदे हां अगले प्रश्न दे उत्ते। अगला प्रश्न तुहाडे तो की डिमांड कर रहा, की पुछ रहा? द रीडिंग सब स्किल विच शुड बी फोकस्ड फॉर डेवलपिंग रीडिंग प्रोफिशिएंसी अमंग स्टूडेंट इनकलूड। ਤੁਹਾਨੂੰ ਕੀ ਲੱਗਦਾ ਆ ਕਿ ਜਿਹੜੀ ਰੀਡਿੰਗ ਸਬ ਸਕਿੱਲ ਹੁੰਦੀ ਹੈ, ਰੀਡਿੰਗ ਬਾਰੇ ਤੁਸੀਂ ਸਾਰਿਆਂ ਨੇ ਪੜ੍ਹਿਆ ਹੋਇਆ, ਪਰ ਰੀਡਿੰਗ ਦੀਆਂ ਵੀ ਕੁਝ ਕਿਸਮਾਂ ਆ ਜਾਂਦੀਆਂ ਨੇ ਐਂਡ ਉਸ ਤੋਂ ਬਾਅਦ ਰੀਡਿੰਗ ਦੀਆਂ ਸਬ ਸਕਿੱਲਸ ਵੀ ਆ ਜਾਂਦੀਆਂ ਨੇ। ਐਂਡ ਉਹਨਾਂ ਸਬ ਸਕਿੱਲ ਦੀ ਹੀ ਗੱਲ ਕੀਤੀ ਜਾ ਰਹੀ ਹੈ ਕਿ ਇਹਨਾਂ ਵਿੱਚੋਂ ਕਿਹੜੀ ਜਿਹੜੀ ਚੀਜ਼ ਹੈਗੀ ਆ ਜੀ ਫੋਕਸ ਫॉर ਡਿਵੈਲਪਿੰਗ ਰੀਡਿੰਗ ਪ੍ਰੋਫੀਸ਼ੀਐਂਸੀ ਅਮੰਗ ਸਟੂਡੈਂਟ ਇਨਕਲੂਡ, ਕਿ ਆਪਾਂ ਬੱਚਿਆਂ ਦੇ ਵਿੱਚ ਰੀਡਿੰਗ ਪ੍ਰੋਫੀਸ਼ੀਐਂਸੀ ਨੂੰ ਇੰਪਰੂਵ ਕਰਨਾ ਆ, ਡਿਵੈਲਪ ਕਰਨਾ ਆ। ਤਾਂ ਇਹਨਾਂ ਦਿੱਤੀਆਂ ਗਈਆਂ ਆਪਸ਼ਨਾਂ ਵਿੱਚੋਂ ਦੱਸੋ ਵੀ ਕਿਹੜੀ ਰੀਡਿੰਗ ਸਬ ਸਕਿੱਲ ਹੈਲਪ ਕਰੂਗੀ ਜੋ ਆਪਾਂ ਅਚੀਵ ਕਰਨਾ ਚਾਹੁੰਦੇ ਹਾਂ ਬੱਚਿਆਂ ਦੇ ਵਿੱਚ? ਕਿ ਇਹ ਐਕਸਟੈਂਡਡ ਰੀਡਿੰਗ ਹੈ ਜਾਂ ਫਿਰ ਰੀਡਿੰਗ ਫॉर ਇਨਫਰੈਂਸ ਹੈ, ਸਕੈਨਿੰਗ ਅ ਟੈਕਸਟ ਹੈ ਜਾਂ ਫਿਰ ਆਲ ਦ ਅਬਵ? ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਬਣੇਗਾ ਜੀ ਉਹ ਬਣੇਗਾ ਜੀ ਆਲ ਦ ਅਬਵ। ਇਹ ਸਾਰੀਆਂ ਚੀਜ਼ਾਂ ਸਬ ਸਕਿੱਲ ਨੇ ਰੀਡਿੰਗ ਦੀਆਂ ਜਿਹੜੀਆਂ ਕਿ ਤੁਹਾਡੀ ਹੈਲਪ ਕਰਨਗੀਆਂ ਕਾਹਦੇ ਵਿੱਚ? ਡਿਵੈਲਪ ਰੀਡਿੰਗ ਪ੍ਰੋਫੀਸ਼ੀਐਂਸੀ। ਸੋ ਆਪਸ਼ਨ ਨੰਬਰ D ਜਵਾਬ ਨੂੰ ਲਗਾ ਦਿਓ ਟਿਕ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਔਨ ਗੋਇੰਗ ਕੰਟੀਨਿਊਸ ਫਾਰਮੈਟਿਵ ਇਵੈਲੂਏਸ਼ਨ ਕੈਨ ਬਿਕਮ ਮੀਨਿੰਗਫੁਲ ਓਨਲੀ ਵੈਨ। ਫਾਰਮੈਟਿਵ ਅਸੈਸਮੈਂਟ ਕੀ ਹੁੰਦੀ ਹੈ ਜੀ? ਫਾਰਮੈਟਿਵ ਇਵੈਲੂਏਸ਼ਨ ਜਿਹਨੂੰ ਤੁਸੀਂ ਕਹਿ ਰਹੇ ਹੋ, ਜਿਸ ਦੇ ਦੌਰਾਨ ਆਪਾਂ ਬੱਚਿਆਂ ਨੂੰ ਫੀਡਬੈਕ ਦਿੰਦੇ ਹਾਂ, ਸਹੀ ਕਰਦੇ ਹਾਂ। ਸੋ ਇਹਦੇ ਵਿੱਚ ਦੱਸੋ ਇਹ ਮੀਨਿੰਗਫੁਲ ਕਦੋਂ ਹੋ ਸਕਦੀ ਆ? ਟੀਚਰ ਟੇਕ ਰਿਸਪੌਂਸਿਬਿਲਟੀ ਆਫ ਲਰਨਰਸ ਪ੍ਰੋਗਰੈਸ, ਕਿ ਜਦੋਂ ਟੀਚਰ ਜ਼ਿੰਮੇਵਾਰੀ ਲਵੇ ਬੱਚਿਆਂ ਦੀ ਪ੍ਰਗਤੀ ਨੂੰ ਲੈ ਕੇ। ਜਾਂ ਫਿਰ ਆਪਸ਼ਨ ਨੰਬਰ B ਲਰਨਰਸ ਟੇਕ ਰਿਸਪੌਂਸਿਬਿਲਟੀ ਫॉर देयर ਪ੍ਰੋਗਰੈਸ, ਬੱਚੇ ਆਪਣੀ ਜ਼ਿੰਮੇਵਾਰੀ ਆਪ ਲੈਣ। ਜਾਂ ਫਿਰ ਬੋਥ ਟੀਚਰਸ ਐਂਡ ਲਰਨਰਸ ਟੇਕ ਰਿਸਪੌਂਸਿਬਿਲਟੀ ਫॉर देयर ਓਨ ਪ੍ਰੋਗਰੈਸ, ਦੋਨਾਂ ਬੱਚਿਆਂ ਅਤੇ ਟੀਚਰਸ ਨੂੰ ਆਪਣੀ ਜਿਹੜੀ ਜ਼ਿੰਮੇਵਾਰੀ ਹੈਗੀ ਆ ਜੀ ਉਹ ਲੈਣਗੇ ਉਦੋਂ। ਜਾਂ ਫਿਰ ਐਕਸਟਰਨਲ ਬੈਂਚਮਾਰਕ ਆਰ ਸੁਜੈਸਟਡ ਬਾਏ ਦ ਐਕਸਪਰਟ, ਕਿ ਕੁਝ ਚੀਜ਼ਾਂ ਹੋਣਗੀਆਂ ਜਿਹੜੀਆਂ ਕਿ ਸੁਜੈਸਟ ਕੀਤੀਆਂ ਜਾਣਗੀਆਂ ਐਕਸਪਰਟਸ ਦੁਆਰਾ। ਇਸ ਦੇ ਨਾਲ ਤੁਹਾਨੂੰ ਲੱਗਦਾ ਆ ਕਿ ਕੰਟੀਨਿਊਸ ਫਾਰਮੈਟਿਵ ਇਵੈਲੂਏਸ਼ਨ ਨੂੰ ਮੀਨਿੰਗਫੁਲ ਬਣਾਇਆ ਜਾ ਸਕਦਾ ਆ। ਸੋ ਇੱਥੇ ਜਿਹੜਾ ਸਹੀ ਜਵਾਬ ਹੋਏਗਾ ਜੀ ਉਹ ਕੀ ਹੋਏਗਾ? ਤੁਸੀਂ ਇਹਦੇ ਬਾਰੇ ਹੀ ਗੱਲ ਕਰਨੀ ਆ। ਸਹੀ ਜਵਾਬ ਦੀ ਗੱਲ ਕਰਦੇ ਹਾਂ, ਆਪਸ਼ਨ ਨੰਬਰ A B ਦੋਨੋਂ ਹੋਣਗੇ, ਭਾਵ ਆਪਸ਼ਨ ਨੰਬਰ C ਜਵਾਬ ਸਹੀ ਹੋਏਗਾ। ਜਿਹੜਾ ਕੰਮ ਟੀਚਰ ਦੁਆਰਾ ਕਰਵਾਇਆ ਗਿਆ ਬੱਚੇ ਕਰਕੇ ਨਾ ਆਉਣ ਤੇ ਉਹਦਾ ਫਾਇਦਾ ਕੀ ਹੈ?
ਮਤਲਬ ਇੱਥੇ ਬੱਚਾ ਆਪਣੀ ਜ਼ਿੰਮੇਵਾਰੀ ਸਮਝ ਨਹੀਂ ਰਿਹਾ, ਫੇਰ ਹੀ ਨਹੀਂ ਕੰਮ ਕਰਕੇ ਆ ਰਿਹਾ ਨਾ। ਸੋ ਟੀਚਰ ਅਤੇ ਬੱਚੇ ਦੋਨੋਂ ਹੀ ਆਪਣੀਆਂ ਰਿਸਪੌਂਸਿਬਿਲਟੀਜ਼ ਲੈਣਗੇ ਆਪਣੀ ਪ੍ਰੋਗਰੈਸ ਦੀ, ਫਿਰ ਹੀ ਕਹਿ ਲਓ ਕੰਟੀਨਿਊਅਸ ਫਾਰਮੈਟਿਵ ਇਵੈਲੂਏਸ਼ਨ ਮੀਨਿੰਗਫੁਲ ਹੋ ਸਕਦੀ ਹੈ। ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਲੈਂਗੁਏਜ ਇਵੈਲੂਏਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਲੈਂਗੁਏਜ ਇਵੈਲੂਏਸ਼ਨ ਨੂੰ ਕਿਹੜੀ ਚੀਜ਼ ਤੇ ਫੋਕਸ ਕਰਨਾ ਚਾਹੀਦਾ ਆ ਜਦੋਂ ਆਪਾਂ ਲੈਂਗੁਏਜ ਦੀ ਇਵੈਲੂਏਸ਼ਨ ਕਰਾਂਗੇ। ਇੱਥੇ ਪਹਿਲੀ ਆਪਸ਼ਨ 'ਚ ਤਾਂ ਲਿਖਿਆ ਹੋਇਆ ਅਚੀਵਮੈਂਟ ਵਿਦ ਰਿਸਪੈਕਟ ਟੂ ਪਰਟੀਕੂਲਰ ਸਿਲੇਬਾਈ, ਕਿ ਜਿਹੜਾ ਵੀ ਸਿਲੇਬਸ ਹੈਗਾ ਆ ਅਚੀਵਮੈਂਟ ਨੂੰ ਆਪਾਂ ਸਿਲੇਬਸ ਅਕੋਰਡਿੰਗ ਹੀ ਦੇਖਣਾ ਆ। ਆਪਸ਼ਨ ਨੰਬਰ ਬੀ ਵਿੱਚ ਲਿਖਿਆ ਹੋਇਆ ਮੈਜ਼ਰਮੈਂਟ ਆਫ ਲੈਂਗੁਏਜ ਪ੍ਰੋਫੀਸ਼ੀਐਂਸੀ, ਕਿ ਆਪਾਂ ਲੈਂਗੁਏਜ ਪ੍ਰੋਫੀਸ਼ੀਐਂਸੀ ਨੂੰ ਵੀ ਮੈਜ਼ਰ ਕਰਾਂਗੇ ਜਾਂ ਫਿਰ ਦੋਨੋਂ। ਸਹੀ ਜਵਾਬ ਦੀ ਆਪਾਂ ਸਿੱਧੀ ਗੱਲ ਕਰ ਲੈਂਦੇ ਆ। ਇੱਥੇ ਦੋਨੋਂ ਜਵਾਬ ਤੁਹਾਡੇ ਸਹੀ ਹੋਣੇ ਆ ਜੀ, ਕਿ ਲੈਂਗੁਏਜ ਇਵੈਲੂਏਸ਼ਨ ਵਿੱਚ ਤੁਸੀਂ ਅਚੀਵਮੈਂਟ ਦੇ ਨਾਲ ਸਿਲੇਬਸ ਅਕੋਰਡਿੰਗ ਤੁਸੀਂ ਵੇਖੋਗੇ ਲੈਂਗੁਏਜ ਪ੍ਰੋਫੀਸ਼ੀਐਂਸੀ ਬਾਰੇ ਵੀ। ਸੋ ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਪ੍ਰਸ਼ਨ ਤੁਹਾਡੇ ਤੋਂ ਪੁੱਛ ਰਿਹਾ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨਾਟ ਟਰੂ ਅਬਾਊਟ ਰੀਡਿੰਗ। ਮਤਲਬ ਇਹ ਰੀਡਿੰਗ ਦੀ ਗੱਲ ਕੀਤੀ ਜਾ ਰਹੀ ਹੈ। ਜਿਵੇਂ ਮੈਂ ਰੀਡ ਹੀ ਕਰ ਰਿਹਾ ਨਾ ਕੁਐਸਚਨਸ, ਰੀਡਿੰਗ ਤੋਂ ਰਿਲੇਟਡ ਇੱਥੇ 3 ਆਪਸ਼ਨਾਂ ਸਹੀ ਨੇ। ਸਹੀ ਆਪਸ਼ਨਾਂ ਨੂੰ ਆਪਾਂ ਜਦੋਂ ਲੱਭ ਲਿਆ ਤੇ ਗਲਤ ਆਪਸ਼ਨ ਆਪਣੇ ਆਪ ਹੀ ਨਿਕਲ ਜਾਣੀ ਆ। ਰੀਡਿੰਗ ਇਜ਼ ਅ ਟ੍ਰਾਂਸਫਰੇਬਲ ਸਕਿੱਲ। ਤੁਹਾਨੂੰ ਕੀ ਲੱਗਦਾ ਆ ਕਿ ਜਿਹੜੀ ਰੀਡਿੰਗ ਹੈਗੀ ਆ ਇਹਨੂੰ ਟ੍ਰਾਂਸਫਰ ਕੀਤਾ ਜਾ ਸਕਦਾ ਆ? ਆਪਸ਼ਨ ਨੰਬਰ ਬੀ ਵਿੱਚ ਲਿਖਿਆ ਹੋਇਆ ਮਦਰ ਟੰਗ ਰੀਡਿੰਗ ਫੇਲੀਅਰ ਡਜ਼ ਨਾਟ ਐਡਵਰਸਲੀ ਅਫੈਕਟ ਸੈਕੰਡ ਲੈਂਗੁਏਜ ਰੀਡਿੰਗ। ਮੰਨ ਲਓ ਤੁਹਾਨੂੰ ਮਾਤ ਭਾਸ਼ਾ ਨਹੀਂ ਆਉਂਦੀ, ਪੰਜਾਬੀ ਭਾਸ਼ਾ ਜੇਕਰ ਤੁਹਾਨੂੰ ਨਹੀਂ ਆਉਂਦੀ, ਤੁਹਾਨੂੰ ਲੱਗਦਾ ਆ ਕਿ ਤੁਹਾਡੀ ਇੰਗਲਿਸ਼ ਨੂੰ ਸਿੱਖਣ ਤੇ ਫਰਕ ਪੈ ਸਕਦਾ ਆ? ਮਤਲਬ ਇਹ ਇੱਥੇ ਗੱਲ ਲਿਖੀ ਹੋਈ ਹੈ ਕਿ ਫਰਕ ਨਹੀਂ ਪਊਗਾ। ਫੇਲੀਅਰ ਡਜ਼ ਨਾਟ ਮਤਲਬ ਕਿ ਇਹ ਪ੍ਰਭਾਵਿਤ ਨਹੀਂ ਕਰੂਗੀ ਜੇ ਤੁਹਾਨੂੰ ਪੰਜਾਬੀ ਭਾਸ਼ਾ ਨਹੀਂ ਆਉਂਦੀ ਇੰਗਲਿਸ਼ ਸਿੱਖਣ ਦੇ ਵਿੱਚ। ਆਪਸ਼ਨ ਨੰਬਰ ਸੀ ਵਿੱਚ ਲਿਖਿਆ ਹੋਇਆ ਇੰਟੈਂਸਿਵ ਰੀਡਿੰਗ ਜਿਹੜੀ ਹੈਗੀ ਆ ਉਹ ਸਾਡੀ ਮਦਦ ਕਰਦੀ ਹੈ, ਹੈਲਪਸ ਟੂ ਡਿਵੈਲਪ ਲਿੰਗੁਇਸਟਿਕ ਸਕਿੱਲਸ, ਕਿ ਲਿੰਗੁਇਸਟਿਕ ਸਕਿੱਲਸ ਨੂੰ ਇੰਪਰੂਵ ਕਰਨ ਦੇ ਵਿੱਚ ਜਿਹੜੀ ਇੰਟੈਂਸਿਵ ਰੀਡਿੰਗ ਹੈਗੀ ਆ ਜੀ ਉਹ ਹੈਲਪ ਕਰਦੀ ਹੈ। ਆਈ ਸਪੈਨ ਕੀ ਹੁੰਦਾ ਜੀ? ਜਿਵੇਂ ਕਿ ਮੈਂ ਇਸ ਪ੍ਰਸ਼ਨ ਨੂੰ ਪੜ੍ਹ ਰਿਹਾ ਤੇ ਮੈਂ ਕਦੇ ਆਹ ਵਾਲੀ ਜਿਹੜੀ ਲਾਈਨ ਹੈਗੀ ਆ ਜੀ ਇਹਨੂੰ ਪੜ੍ਹ ਰਿਹਾ ਤੇ ਮੇਰੀਆਂ ਅੱਖਾਂ ਦੀਆਂ ਜਿਹੜੀਆਂ ਪੁਤਲੀਆਂ ਨੇ ਜਾਂ ਫਿਰ ਮੇਰੀਆਂ ਅੱਖਾਂ ਨੇ ਜੀ ਕਦੇ ਇੱਧਰ ਘੁੰਮ ਰਹੀ ਹੈ ਕਦੇ ਉੱਧਰ ਘੁੰਮ ਰਹੀ ਹੈ। ਸੋ ਜਿਹੜਾ ਆਈ ਸਪੈਨ ਮੈਂ ਕਰ ਰਿਹਾ ਇਹ ਸਬ ਸਕਿੱਲ ਦੀ ਇੱਕ ਰੀਡਿੰਗ ਦੀ ਇੱਕ ਸਬ ਸਕਿੱਲ ਹੈਗੀ ਆ। ਇੱਥੇ ਇਹ ਗੱਲ ਲਿਖੀ ਹੋਈ ਆ। ਸੋ ਦੱਸੋ ਕਿਹੜਾ ਜਵਾਬ ਸਹੀ ਹੋਊਗਾ? ਆਪਸ਼ਨ ਨੰਬਰ ਏ ਮਤਲਬ ਰੀਡਿੰਗ ਤਾਂ ਇੱਕ ਟ੍ਰਾਂਸਫਰੇਬਲ ਸਕਿੱਲ ਹੁੰਦੀ ਹੈ। ਸੀ ਆਪਸ਼ਨ ਵੀ ਸਹੀ ਹੈ ਕਿ ਇੰਟੈਂਸਿਵ ਰੀਡਿੰਗ ਜਿਹੜੀ ਹੁੰਦੀ ਹੈ ਉਹ ਮਦਦ ਕਰਦੀ ਹੈ ਲਿੰਗੁਇਸਟਿਕ ਸਕਿੱਲਸ ਨੂੰ ਡਿਵੈਲਪ ਕਰਨ ਦੇ ਵਿੱਚ। ਡੀ ਵੀ ਗੱਲ ਸਹੀ ਲਿਖੀ ਹੋਈ ਹੈ, ਆਈ ਸਪੈਨ ਇਜ਼ ਅ ਸਬ ਸਕਿੱਲ ਆਫ ਰੀਡਿੰਗ। ਬਟ ਆਪਸ਼ਨ ਨੰਬਰ ਜਿਹੜਾ ਬੀ ਹੈ ਇਹ ਤੁਹਾਡਾ ਗਲਤ ਹੈ, ਭਾਵ ਇਸ ਸਟੇਟਮੈਂਟ ਦੇ ਅਕੋਰਡਿੰਗ ਇਹ ਗੱਲ ਸਹੀ ਲਿਖੀ ਹੋਈ ਹੈ, ਮਤਲਬ ਇਹ ਨਾਟ ਟਰੂ ਹੈ ਰੀਡਿੰਗ ਨੂੰ ਲੈ ਕੇ। ਜੇਕਰ ਕਿਸੇ ਪਰਸਨ ਨੂੰ ਆਪਾਂ ਕਹਿੰਦੇ ਆ ਨਾ ਵੀ ਪਹਿਲਾਂ ਬੱਚਿਆਂ ਨੂੰ ਅਸੀਂ ਪੰਜਾਬੀ ਸਿਖਾਵਾਂਗੇ, ਪੰਜਾਬੀ ਤੋਂ ਬਾਅਦ ਆਪਾਂ ਅੰਗਰੇਜ਼ੀ ਸਿਖਾਵਾਂਗੇ ਬੱਚਿਆਂ ਨੂੰ, ਮਤਲਬ ਮਦਰ ਟੰਗ ਬਹੁਤ ਜ਼ਰੂਰੀ ਹੈਗੀ ਹੈ ਜੇ ਤੁਸੀਂ ਸੈਕੰਡ ਲੈਂਗੁਏਜ ਸਿੱਖਣਾ ਚਾਹੁੰਦੇ ਹੋ। ਸੋ ਆਪਸ਼ਨ ਨੰਬਰ ਜਿਹੜਾ ਬੀ ਜਵਾਬ ਹੈਗਾ ਜੀ ਇਹ ਤੁਹਾਡਾ ਸਹੀ ਹੋ ਜਾਏਗਾ। ਚੱਲਦੇ ਹਾਂ ਅੱਜ ਦੇ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਪ੍ਰਸ਼ਨ ਤੁਹਾਡੇ ਤੋਂ ਪੁੱਛ ਕੀ ਰਿਹਾ, ਇਨਪੁਟ ਰਿਚ ਕਮਿਊਨੀਕੇਸ਼ਨਲ ਇਨਵਾਇਰਨਮੈਂਟ ਆਰ ਅ ਪ੍ਰੀ ਰਿਕੁਐਸਟ ਫॉर ਲੈਂਗੁਏਜ ਲਰਨਿੰਗ ਵਿਚ ਆਊਟ ਆਫ ਦ ਫੋਲੋਇੰਗ ਫਾਲਸ ਅੰਡਰ ਦ ਡੋਮੇਨ ਆਫ ਇਨਪੁਟਸ। ਗੱਲ ਕੀਤੀ ਜਾਂਦੀ ਹੈ ਇਨਪੁਟ ਰਿਚ ਕਮਿਊਨੀਕੇਸ਼ਨਲ ਇਨਵਾਇਰਨਮੈਂਟ ਦੀ। ਇਹਦਾ ਮਤਲਬ ਇਹ ਹੋ ਗਿਆ ਕਿ ਇਹੋ ਜਿਹਾ ਇਨਵਾਇਰਨਮੈਂਟ ਜਿਹਦੇ ਵਿੱਚ ਬੱਚਿਆਂ ਨੂੰ ਬਹੁਤ ਜ਼ਿਆਦਾ ਐਕਸਪੋਜ਼ਰ ਦਿੱਤਾ ਜਾ ਰਿਹਾ, ਵੱਧ ਤੋਂ ਵੱਧ ਉਹਨੂੰ ਗੱਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ। ਸੋ ਇਹਦੇ ਵਿੱਚ ਇਹੀ ਪੁੱਛਿਆ ਜਾ ਰਿਹਾ ਕਿ ਦੱਸੋ ਇਹਦੇ ਥੱਲੇ ਜਿਹੜੀਆਂ ਦਿੱਤੀਆਂ ਆਪਸ਼ਨਾਂ ਨੇ ਇਹਦੇ ਵਿੱਚੋਂ ਕਿਹੜੀ ਚੀਜ਼ ਹੈਗੀ ਆ ਡੋਮੇਨਸ ਆਫ ਇਨਪੁਟਸ ਦੇ ਵਿੱਚ ਆਊਗੀ। ਕਿ ਇਹ ਲਰਨਰ ਚੋਜ਼ਨ ਟੈਕਸਟ ਆਊਗਾ, ਕਲਾਸ ਲਾਇਬ੍ਰੇਰੀਜ਼, ਮੀਡੀਆ ਸਪੋਰਟ ਜਾਂ ਫਿਰ ਆਲ ਆਫ ਥੀਸ। ਸੋ ਇਨਪੁਟ ਰਿਚ ਕਮਿਊਨੀਕੇਸ਼ਨਲ ਇਨਵਾਇਰਨਮੈਂਟ ਦੀ ਗੱਲ ਕੀਤੀ ਜਾ ਰਹੀ ਹੈ। ਮੈਂ ਸਹੀ ਜਵਾਬ ਦੀ ਗੱਲ ਕਰੂੰਗਾ, ਤਿੰਨੇ ਚੀਜ਼ਾਂ ਆਉਣਗੀਆਂ। ਸੋ ਆਪਸ਼ਨ ਨੰਬਰ ਏ ਬੀ ਸੀ ਆਲ ਆਫ ਦਾ ਅਬਵ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ, ਟੀਚਰ ਸ਼ੁੱਡ ਕੰਸੀਡਰ ਅ ਚਾਈਲਡਸ ਪਰਸਪੈਕਟਿਵ ਲਰਨਿੰਗ ਪਾਵਰ ਬਿਫੋਰ ਟਰਾਈਂਗ ਟੂ ਐਕਸਪੈਂਡ ਦ ਚਾਈਲਡ ਗ੍ਰਾਸਪ ਆਫ ਲੈਂਗੁਏਜ, ਥੀਸ ਆਰ ਦ ਵਿਊਜ਼ ਆਫ। ਵੇਖਿਆ ਜਾਵੇ ਤਾਂ ਇੱਕ ਸਟੈਟਿਕ ਪ੍ਰਸ਼ਨ ਹੀ ਹੈਗਾ ਆ ਐਂਡ ਇਹੋ ਜਿਹੇ ਪ੍ਰਸ਼ਨ ਵੀ ਇੱਕ ਅੱਧਾ ਆ ਹੀ ਜਾਂਦਾ ਆ। ਹੋ ਸਕਦਾ ਮੈਕਸਿਮਮ ਕੇਸਿਸ ਦੇ ਵਿੱਚ ਇਹੋ ਜਿਹੇ ਪ੍ਰਸ਼ਨਾਂ ਦੇ ਵਿੱਚ ਤੁਸੀਂ ਗਲਤ ਵੀ ਹੋ ਸਕਦੇ ਹੋ, ਸਹੀ ਵੀ ਹੋ ਸਕਦੇ ਹੋ। ਜੇਕਰ ਐਗਜ਼ਾਮ ਦੀ ਗੱਲ ਕਰੀਏ, ਥਿਊਰੀਜ਼ ਨਹੀਂ ਯਾਦ ਰਹਿੰਦੀਆਂ ਇੰਨੀਆਂ ਕਿਸੇ ਨੂੰ, ਆ ਲਾਈਨ ਕਿਹਨੇ ਕਹੀ ਸੀਗੀ। ਸੋ ਇੱਥੇ ਜਿਹੜਾ ਜਵਾਬ ਹੋਏਗਾ ਜੀ ਉਹ ਕੀ ਹੋਏਗਾ, ਐਂਡ ਸਕੈਫੋਲਡਿੰਗ ਨਾਮ ਦੀ ਇੱਕ ਟਰਮ ਹੈਗੀ ਆ, ਜਿਹੜੀ ਟਰਮ ਜਿਹੜੇ ਸਾਈਕੋਲੋਜਿਸਟ ਦੁਆਰਾ ਦਿੱਤੀ ਗਈ ਸੀ ਉਹੀ ਇੱਥੇ ਸਹੀ ਜਵਾਬ ਹੈ। ਤੁਸੀਂ ਦੱਸੋ ਕੀ ਜਵਾਬ ਸਹੀ ਹੈ? ਪਿਆਜੇ, ਪ੍ਰੋਫੈਸਰ C.H. ਡਾਟਸਨ, ਨੋਮ ਚੋਮਸਕੀ ਜਾਂ ਫਿਰ ਵਾਈਗੋਟਸਕੀ। ਸੋ ਇੱਥੇ ਟੀਚਰ ਸ਼ੁੱਡ ਕੰਸੀਡਰ ਅ ਚਾਈਲਡ ਪਰਸਪੈਕਟਿਵ, ਕਿ ਟੀਚਰਸ ਨੂੰ ਚਾਈਲਡ ਦਾ ਜਿਹੜਾ ਪਰਸਪੈਕਟਿਵ ਹੈਗਾ ਜੀ ਉਹਨੂੰ ਕੰਸੀਡਰ ਕਰਨਾ ਚਾਹੀਦਾ ਆ ਬਿਫੋਰ ਟਰਾਈਂਗ ਟੂ ਐਕਸਪੈਂਡ ਦ ਚਾਈਲਡ ਗ੍ਰਾਸਪ ਆਫ ਲੈਂਗੁਏਜ। ਸੋ ਇਹ ਵਿਚਾਰ ਸੀਗੇ ਜੀ ਵਾਈਗੋਟਸਕੀ ਦੇ, ਲੈਵ ਵਾਈਗੋਟਸਕੀ ਦੁਆਰਾ ਇਹ ਵਿਚਾਰ ਦਿੱਤੇ ਗਏ ਸੀਗੇ। ਆਪਸ਼ਨ ਨੰਬਰ ਬੀ ਡੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ।
ਅੱਗੇ ਜਿਹੜਾ ਪ੍ਰਸ਼ਨ ਹੈਗਾ ਜੀ, ਜਿਹੜਾ ਅੱਜ ਦਾ 8ਵਾਂ ਪ੍ਰਸ਼ਨ ਹੈ, ਲੈਂਗੁਏਜ ਇਜ਼ ਅ ਸਿਸਟਮ ਆਫ ਆਰਬਿਟਰੇਰੀ ਵੋਕਲ ਸਿੰਬਲ ਬਾय ਮੀਨਸ ਆਫ ਵਿਚ ਅ ਸੋਸ਼ਲ ਗਰੁੱਪ ਕੋਆਪਰੇਟਸ ਇਜ਼ ਸਟੇਟਡ ਬਾय। ਵੈਸੇ ਆਰਬਿਟਰੇਰੀ ਵੋਕਲ ਹੁੰਦਾ ਕੀ ਹੈ? ਆਰਬਿਟਰੇਰੀ ਵੋਕਲ ਦਾ ਮਤਲਬ ਇਹ ਹੁੰਦਾ ਆ ਕਿ ਭਾਸ਼ਾ ਜਿਹੜੀ ਹੈਗੀ ਆ ਇੱਕ ਮਨਮਾਨੇ ਜੇ ਤਰੀਕੇ ਵਾਲੇ ਇਹਦੇ ਵਿੱਚ ਸਿੰਬਲ ਤੁਹਾਨੂੰ ਵੇਖਣ ਨੂੰ ਮਿਲਦੇ ਆ। ਮਤਲਬ ਜਿਹੜੇ ਵੀ ਇਹਦੇ ਵਿੱਚ ਆਪਾਂ ਸਿੰਬਲ ਯੂਜ਼ ਕੀਤੇ ਹੋਏ ਆ ਭਾਸ਼ਾ ਦੇ ਵਿੱਚ, ਉਹ ਆਪਾਂ ਉਹਦੇ ਪਿੱਛੇ ਕੋਈ ਲੌਜਿਕ ਤਾਂ ਨਹੀਂ ਲਗਾਇਆ। ਮਤਲਬ ਠੀਕ ਹੈ, ਆਪਾਂ ਉਹਨੂੰ ਕਹਿ ਰਹੇ ਹਾਂ ਤੇ ਠੀਕ ਹੈ ਉਹ ਹੈ, ਪਰ ਵੈਸੇ ਕੋਈ ਲੌਜਿਕ ਨਹੀਂ ਆ ਉਹਦੇ ਪਿੱਛੇ। ਸੋ ਇਸ ਕਰਕੇ ਆਰਬਿਟਰੇਰੀ ਵੋਕਲ ਸਿੰਬਲ ਆਪਾਂ ਕਹਿ ਰਹੇ ਹਾਂ। ਸੋ ਇਹ ਜਿਹੜੀ ਗੱਲ ਹੈਗੀ ਆ, ਇਹ ਕਹੀ ਕਿਹਦੇ ਦੁਆਰਾ ਗਈ ਹੈ? ਕੀ ਇਹਨਾਂ ਦਾ ਨਾਮ ਲੂਇਸ ਐਸ ਗ੍ਰੇ ਹੈ, ਜਾਂ ਫਿਰ ਬਰਨਾਰਡ ਬਲੋਚ ਐਂਡ ਜਾਰਜ ਐਲ ਟ੍ਰੇਗਰ ਹੈ, ਮਾਈਕਲ ਗਿਰਸਡੈਨੋਕੀ, ਜਾਂ ਫਿਰ ਨਿਕੋਲਸ ਹੈਂਸ? ਸਹੀ ਜਵਾਬ ਬਣੇਗਾ ਜੀ ਆਪਸ਼ਨ ਨੰਬਰ ਬੀ, ਬਰਨਾਰਡ ਬਲੋਚ ਐਂਡ ਜਾਰਜ ਐਲ ਟ੍ਰੇਗਰ। ਆਪਸ਼ਨ ਨੰਬਰ ਬੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਅਗਲਾ ਪ੍ਰਸ਼ਨ ਦੇਖੋ। ਅਗਲੇ ਪ੍ਰਸ਼ਨ ਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਨਾਟ ਟਰੂ। ਇਹਨਾਂ ਚੀਜ਼ਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਆ। ਕਈ ਵਾਰ ਐਗਜ਼ਾਮ ਦੇ ਵਿੱਚ ਸਿਰਫ ਇਸ ਵਰਡ ਨੂੰ ਮਿਸ ਕਰ ਦਈਏ ਤੇ ਸਮਝ ਲਓ ਤੁਹਾਡਾ ਪ੍ਰਸ਼ਨ ਹੋ ਗਿਆ ਗਲਤ। ਹੁਣ ਲੈਂਗੁਏਜ ਨੂੰ ਲੈ ਕੇ ਕਿਹੜੀ ਗੱਲ ਇੱਥੇ ਗਲਤ ਲਿਖੀ ਹੋਈ ਹੈ, ਇਹੀ ਤੁਹਾਡੇ ਤੋਂ ਪੁੱਛਿਆ ਜਾ ਰਿਹਾ। ਆਪਾਂ ਲੱਭ ਲੈਣੇ ਸਹੀ ਕਿਹੜੀ ਗੱਲ ਲਿਖੀ ਹੋਈ ਹੈ। ਲੈਂਗੁਏਜ ਇਜ਼ ਨਾਟ ਐਨ ਆਊਟਕਮ ਆਫ ਦ ਕਲਚਰ ਟੂ ਵਿਚ ਇਟ ਬਿਲੋਂਗਸ। ਤੁਹਾਨੂੰ ਲੱਗਦਾ ਆ ਕਿ ਜਿਹੜੀ ਭਾਸ਼ਾ ਹੈਗੀ ਆ, ਇਹ ਕਹਿੰਦੇ ਆ ਕਿ ਜਿਹੜਾ ਕਲਚਰ ਹੈਗਾ ਆ, ਇਹ ਉਹਦਾ ਆਊਟਕਮ ਨਹੀਂ ਹੈਗਾ ਜਿੱਥੋਂ ਇਹ ਬਿਲੋਂਗ ਕਰਦੀ ਹੈ। ਕੀ ਇਹ ਜਵਾਬ ਸਹੀ ਹੈ? ਜਾਂ ਫਿਰ ਆਪਸ਼ਨ ਨੰਬਰ ਬੀ, ਲੈਂਗੁਏਜ ਇਜ਼ ਅ ਸਕਿੱਲ ਐਂਡ ਇਟ ਹੈਜ਼ ਟੂ ਬੀ ਐਕਵਾਇਰਡ। ਭਾਸ਼ਾ ਇੱਕ ਸਕਿੱਲ ਹੈਗੀ ਆ ਜਿਹਨੂੰ ਅਕਵਾਇਰ ਕੀਤਾ ਜਾਂਦਾ ਆ। ਤੀਸਰੀ ਆਪਸ਼ਨ 'ਚ ਲਿਖਿਆ ਦ ਸਿਸਟਮ ਆਫ ਲੈਂਗੁਏਜ ਕੰਸਿਸਟ ਆਫ ਸਾਊਂਡ, ਕਿ ਭਾਸ਼ਾ ਦੇ ਸਿਸਟਮ ਵਿੱਚ ਤੁਹਾਨੂੰ ਸਾਊਂਡਸ ਵੇਖਣ ਨੂੰ ਮਿਲਦੇ ਆ, ਸਟਰਕਚਰ ਵੇਖਣ ਨੂੰ ਮਿਲਦੇ ਆ, ਆਈਟਮਸ ਆਫ ਵੋਕੈਬਲਰੀ ਵੇਖਣ ਨੂੰ ਮਿਲਦੀ ਹੈ। ਆਪਸ਼ਨ ਨੰਬਰ ਡੀ ਵਿੱਚ ਲਿਖਿਆ ਹੋਇਆ ਦ ਸਿੰਬਲਸ ਆਫ ਅ ਲੈਂਗੁਏਜ ਆਰ ਆਰਬਿਟਰੇਰੀ। ਹੁਣੇ ਮੈਨੂੰ ਲੱਗਦਾ ਗੱਲ ਆਪਾਂ ਕਰਕੇ ਆਏ ਸੀਗੇ ਕਿ ਲੈਂਗੁਏਜ ਦੇ ਵਿੱਚ ਜਿਹੜੇ ਆਪਾਂ ਸਿੰਬਲਸ ਯੂਜ਼ ਕਰ ਰਹੇ ਹਾਂ ਉਹ ਆਰਬਿਟਰੇਰੀ ਹੁੰਦੇ ਆ। ਸੋ ਆਪਸ਼ਨ ਨੰਬਰ ਬੀ, ਸੀ ਤੇ ਡੀ ਇਹ ਤਿੰਨੋਂ ਹੈਗੇ ਸਹੀ ਭਾਸ਼ਾ ਨੂੰ ਲੈ ਕੇ। ਐਂਡ ਦੋਸਤੋ, ਜਿਹੜੀਆਂ ਚੀਜ਼ਾਂ ਆਪਾਂ ਡਿਸਕਸ ਕਰ ਰਹੇ ਹਾਂ ਨਾ, ਮਤਲਬ ਇਹ ਸਿਰਫ ਇੱਕ ਪ੍ਰਸ਼ਨ ਨਹੀਂ ਹੈਗਾ। ਜੇ ਕਲਾਸ ਵਿੱਚ ਆਪਾਂ ਅੱਜ 15 ਪ੍ਰਸ਼ਨ ਡਿਸਕਸ ਕੀਤੇ ਹੈ ਐਂਡ 15 ਆਪਸ਼ਨ ਦੀਆਂ ਆਪਾਂ ਕਹਿ ਲਓ ਕਿ 15 ਕੁਐਸਚਨ ਦੀਆਂ ਆਪਸ਼ਨਾਂ ਵੀ ਡਿਸਕਸ ਕੀਤੀਆਂ, ਤੇ ਟੈਕਨੀਕਲੀ ਕਹਿ ਲਓ 60 ਪ੍ਰਸ਼ਨ ਬਣ ਜਾਂਦੇ ਆ ਤੁਹਾਡੀ ਹਰ ਕਲਾਸ ਦੇ ਵਿੱਚ। ਹੁਣ ਤੁਸੀਂ ਸਿੱਖਣ ਦਾ ਜਿਹੜਾ ਤਰੀਕਾ ਹੈਗਾ ਜੀ ਥੋੜ੍ਹਾ ਜਿਹਾ ਚੇਂਜ ਕਰ ਲਓ, ਕਿਉਂਕਿ ਕਈ ਸਾਥੀ ਹੁੰਦੇ ਆ ਉਹ ਕਹਿੰਦੇ ਕਿ ਸੈਸ਼ਨ ਨੂੰ ਲੰਮਾ ਖਿੱਚਣ ਦੀ ਵੀ ਕੀ ਜ਼ਰੂਰਤ ਹੈ। ਹੁਣੇ ਕੁਝ ਦਿਨ ਪਹਿਲਾਂ ਟੈਲੀਗ੍ਰਾਮ ਤੇ ਕਿਸੇ ਸਾਥੀ ਨੇ ਕਿਹਾ ਕਿ ਇੱਕ ਚੀਜ਼ ਨੂੰ ਬਾਰ-ਬਾਰ ਰਿਪੀਟ ਕਰਨ ਦੀ ਕੀ ਜ਼ਰੂਰਤ ਹੈਗੀ ਹੈ, ਕਿਉਂਕਿ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ, ਕਾਫੀ ਜਿਹੜੇ ਸਾਥੀ ਨੇ ਉਹ ਸਾਰੀਆਂ ਚੀਜ਼ਾਂ ਨੂੰ ਇੱਕੋ ਵਾਰ 'ਚ ਗ੍ਰੈਸਪ ਨਹੀਂ ਕਰ ਪਾਉਂਦੇ। ਹੁਣ ਜਿਹੜਾ ਵੀਰ ਇੰਟੈਲੀਜੈਂਟ ਸੀਗਾ ਉਹਨੇ ਤਾਂ ਇਹ ਗੱਲ ਕਹਿ ਦਿੱਤੀ, ਤੇ ਬਾਕੀਆਂ ਦਾ ਜਿਹੜਾ ਧਿਆਨ ਸੀਗਾ ਉਹਨੇ ਨਹੀਂ ਰੱਖਿਆ ਕਿ ਬਾਕੀ ਹੋਰ ਵੀ ਸਟੂਡੈਂਟ ਹੁੰਦੇ ਆ ਕਲਾਸ ਦੇ ਵਿੱਚ। ਸੋ ਇਸ ਕਰਕੇ ਬਾਕੀ ਦੀਆਂ ਜਿਹੜੀਆਂ ਆਪਸ਼ਨਾਂ ਨੇ, ਜਿਵੇਂ ਕਿ ਅਗਲੀ ਵਾਰ ਜਦੋਂ ਐਗਜ਼ਾਮ ਵਿੱਚ ਕੁਐਸਚਨ ਆਇਆ ਤੇ ਹੋ ਸਕਦਾ ਪਹਿਲੀ ਆਪਸ਼ਨ ਇਹਦੇ ਵਿੱਚ ਨਾ ਦਿੱਤੀ ਹੋਵੇ ਤੇ ਕੋਈ ਉੱਥੇ ਹੋਰ ਆਪਸ਼ਨ ਦਿੱਤੀ ਹੋਵੇ, ਜਾਂ ਫਿਰ ਉਹਨਾਂ ਨੇ ਇਹੋ ਜਿਹੇ ਹੋਰ ਕੁਐਸਚਨ ਪਾ ਲੈਣ ਤੇ ਉਹ ਪੁੱਛਣ ਕਿ ਇਹਦੇ ਵਿੱਚੋਂ ਸਹੀ ਕਿਹੜਾ ਆ ਜਾਂ ਫਿਰ ਗਲਤ ਕਿਹੜਾ ਆ। ਐਂਡ ਹੋ ਸਕਦਾ ਉਹਦੇ ਵਿੱਚੋਂ ਆ ਜਿਹੜੀਆਂ 3 ਆਪਸ਼ਨਾਂ ਨੇ ਜੀ ਉਹਨਾਂ ਨੂੰ ਵੀ ਕੰਸੀਡਰ ਕੀਤਾ ਜਾਵੇ। ਜਿਵੇਂ ਕਿ ਲਾਸਟ ਜਿਹੜੀ ਆਪਸ਼ਨ ਹੈ, ਇਹੋ ਜਿਹੇ ਪ੍ਰਸ਼ਨ ਬਹੁਤ ਬਣ ਸਕਦੇ ਆ ਕਿ ਜਿਹੜੇ ਭਾਸ਼ਾ ਦੇ ਸਿੰਬਲ ਹੈਗੇ ਉਹ ਆਰਬਿਟਰੇਰੀ ਹੈਗੇ ਆ। ਸਿਸਟਮ ਆਫ ਲੈਂਗੁਏਜ ਕੰਸਿਸਟ ਆਫ ਸਾਊਂਡ, ਸਟਰਕਚਰ ਐਂਡ ਆਈਟਮ ਆਫ ਵੋਕੈਬਲਰੀ। ਭਾਸ਼ਾ ਕੀ ਇੱਕ ਸਕਿੱਲ ਹੈਗੀ ਆ ਤੇ ਇਹਨੂੰ ਅਕਵਾਇਰ ਕੀਤਾ ਜਾਂਦਾ ਆ। ਵੇਖੋ ਕਿੰਨੀਆਂ ਇੰਪੋਰਟੈਂਟ ਗੱਲਾਂ ਨੇ। ਇਸ ਤੋਂ ਬਾਅਦ ਵੇਖੋ ਭਾਸ਼ਾ ਦੀ ਗੱਲ ਕੀਤੀ ਜਾ ਰਹੀ ਹੈ, ਜਿਹੜਾ ਕਿ ਸਹੀ ਜਵਾਬ ਵੀ ਇਹੀ ਹੈ। ਸਹੀ ਜਵਾਬ ਕਿਉਂ ਆ ਇਹਦੇ ਬਾਰੇ ਵੀ ਮੈਂ ਦੱਸੂਗਾ। ਲੈਂਗੁਏਜ ਇਜ਼ ਨਾਟ ਐਨ ਆਊਟਕਮ ਆਫ ਕਲਚਰ ਟੂ ਵਿਚ ਇਟ ਬਿਲੋਂਗਸ। ਇੱਥੇ ਇਹਨਾਂ ਨੇ ਨੋਟ ਲਾਤਾ ਆ। ਜੇ ਇਹ ਨੋਟ ਨਾ ਲੱਗਿਆ ਹੁੰਦਾ ਨਾ ਤੇ ਮਤਲਬ ਇਹ ਵੀ ਭਾਸ਼ਾ ਨੂੰ ਲੈ ਕੇ ਇਹ ਗੱਲ ਸਹੀ ਲਿਖੀ ਹੁੰਦੀ। ਮਤਲਬ ਜਿੱਥੋਂ ਦਾ ਕਲਚਰ ਹੈਗਾ ਆ ਉਹਦਾ ਹੀ ਆਊਟਕਮ ਹੈ ਨਾ ਭਾਸ਼ਾ। ਸੋ ਆਪਸ਼ਨ ਨੰਬਰ ਏ ਜਵਾਬ ਇੱਥੇ ਸਹੀ ਹੋਊਗਾ, ਕਿਉਂਕਿ ਇਹਨਾਂ ਨੇ ਇੱਥੇ ਨੋਟ ਲਾਇਆ ਹੋਇਆ। ਭਾਸ਼ਾ ਇੱਕ ਆਊਟਕਮ ਹੀ ਹੁੰਦੀ ਹੈ, ਕਲਚਰ ਜਿੱਥੋਂ ਇਹ ਬਿਲੋਂਗ ਕਰਦੀ ਹੈ। ਆਪਸ਼ਨ ਨੰਬਰ ਏ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਅੱਜ ਦਾ ਆਪਣਾ 10ਵਾਂ ਪ੍ਰਸ਼ਨ ਦੇਖ ਲਓ। ਹੂ ਕਲੇਮਡ ਲੈਂਗੁਏਜ ਇਜ਼ ਅ ਮੈਂਟਲ ਆਰਗਨ। ਐਂਡ ਜਿਨ੍ਹਾਂ ਨੇ ਇਹ ਟਰਮ ਦਿੱਤੀ ਹੈਗੀ ਆ, ਪਹਿਲਾਂ ਤੁਸੀਂ ਸਹੀ ਜਵਾਬ ਦੱਸ ਦਿਓ। ਉਹਨਾਂ ਨੇ LAD ਦੀ ਵੀ ਗੱਲ ਕੀਤੀ ਹੈ, ਮਤਲਬ LAD ਮੈਂਟਲ ਆਰਗਨ, ਇਹ ਸਾਰੀਆਂ ਚੀਜ਼ਾਂ ਸੇਮ ਹੀ ਨੇ। ਤਾਂ ਦੱਸੋ ਕੌਣ ਕਲੇਮ ਕਰਦਾ ਸੀਗਾ ਕਿ ਭਾਸ਼ਾ ਇੱਕ ਮੈਂਟਲ ਆਰਗਨ ਹੈ? ਕੀ ਇਹਨਾਂ ਦਾ ਨਾਮ ਨੋਮ ਚੌਮਸਕੀ ਹੈ, ਪ੍ਰੋਫੈਸਰ WF ਮੈਕਲੀ ਹੈ, ਪ੍ਰੋਫੈਸਰ ਕਿਟਸਨ ਹੈ, ਜਾਂ ਫਿਰ DA ਵਿਲਕਿੰਸ ਹੈ? ਸੋ ਇਹ ਜਿਹੜੀ ਟਰਮ ਹੈਗੀ ਆ ਜੀ ਉਹ ਦਿੱਤੀ ਗਈ ਸੀਗੀ ਨੋਮ ਚੌਮਸਕੀ ਦੁਆਰਾ। ਆਪਸ਼ਨ ਨੰਬਰ ਏ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਲੈਂਗੁਏਜ ਐਕਵਾਜੀਸ਼ਨ ਡਿਵਾਈਸ ਨਾਮ ਦੀ ਜਿਹੜੀ ਟਰਮ ਹੈਗੀ ਆ ਜੀ ਉਹ ਵੀ ਨੋਮ ਚੌਮਸਕੀ ਦੁਆਰਾ ਹੀ ਦਿੱਤੀ ਗਈ ਆ। ਇਹਦਾ ਮਤਲਬ ਇਹ ਹੈ ਕਿ ਜਿਹੜਾ ਬੱਚਾ ਆ ਉਹ ਕੁਝ ਆਈਨੇਟ ਕੈਪੇਬਿਲਿਟੀਜ਼ ਨੂੰ ਲੈ ਕੇ ਪੈਦਾ ਹੁੰਦਾ ਆ। ਮਤਲਬ ਉਹਨੂੰ ਆਪਾਂ ਹਰੇਕ ਚੀਜ਼ ਨਹੀਂ ਸਿਖਾਉਂਦੇ। ਜੇਕਰ ਉਹਨੇ ਕੋਈ ਸੈਂਟੈਂਸ ਬੋਲਣਾ ਆ ਤੇ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਉਹਨੂੰ ਦੱਸਦੇ ਵੀ ਨਹੀਂ, ਉਹ ਫਿਰ ਵੀ ਬੱਚਾ ਸਹੀ ਤਰੀਕੇ ਨਾਲ ਬੋਲਦਾ ਆ। ਸੋ ਕੀ ਉਹ ਬੱਚਾ ਜਨਮ ਤੋਂ ਲੈ ਕੇ ਆਉਂਦਾ ਆ? ਮਤਲਬ ਇਹਨਾਂ ਦੇ ਅਕੋਰਡਿੰਗ
ਨੋਮ ਚੋਮਸਕੀ ਦੇ ਅਕੋਰਡਿੰਗ ਕਿ ਬੱਚਾ ਜਨਮ ਤੋਂ ਹੀ ਉਹ ਸਾਰੀਆਂ ਚੀਜ਼ਾਂ ਸਿੱਖ ਕੇ ਆਉਂਦਾ ਆ, ਜਾਂ ਫਿਰ ਕਹਿ ਲਓ ਕਿ ਉਹਦੇ ਵਿੱਚ ਸਿੱਖ ਕੇ ਤਾਂ ਨਹੀਂ ਆਉਂਦਾ, ਪਰ ਉਹਦੇ ਦਿਮਾਗ ਵਿੱਚ ਆਈਨੇਟ ਕੈਪੇਬਿਲਿਟੀਜ਼ ਹੁੰਦੀਆਂ ਨੇ ਭਾਸ਼ਾ ਨੂੰ ਲੈ ਕੇ। ਆਪਸ਼ਨ ਨੰਬਰ ਏ ਜਵਾਬ ਨੂੰ ਲਗਾ ਦਿਓ ਟਿਕ। ਅਗਲਾ ਪ੍ਰਸ਼ਨ ਦੇਖੋ, ਇੱਥੇ ਕਾਫੀ ਵੱਡਾ ਪ੍ਰਸ਼ਨ ਲੱਗ ਰਿਹਾ ਨਾ, ਚਲੋ ਕੋਈ ਗੱਲ ਨਹੀਂ, ਪਰ ਇਹਦਾ ਸਟੈਟਿਕ ਬੇਸਡ ਹੀ ਪ੍ਰਸ਼ਨ ਕਹਿ ਲਓ ਹੈ ਨਾ। ਇਸ ਤਰ੍ਹਾਂ ਦੇ ਜੇ ਪ੍ਰਸ਼ਨ ਮੇਰੇ ਐਗਜ਼ਾਮ ਵਿੱਚ ਵੀ ਆ ਗਏ ਹੁਣ ਤੇ ਮੈਨੂੰ ਨਹੀਂ ਲੱਗਦਾ ਮੈਂ ਪ੍ਰਸ਼ਨਾਂ ਦੇ ਜਵਾਬ ਦੇ ਸਕਦਾ ਹੁੰਨਾ। ਸੋ ਇਹੋ ਜਿਹਾ ਜੇਕਰ ਕੋਈ ਪ੍ਰਸ਼ਨ ਵੇਖਣ ਨੂੰ ਮਿਲ ਵੀ ਜਾਵੇ, ਇਹ ਤਾਂ ਤੁਸੀਂ ਸੋਚਿਆ ਨਾ ਕਰੋ ਕਿ ਯਾਰ ਕੁਐਸਚਨ ਕਿੰਨਾ ਵੱਡਾ ਆ ਗਿਆ ਜਾਂ ਫਿਰ ਕਿੰਨਾ ਛੋਟਾ ਪ੍ਰਸ਼ਨ ਹੈ, ਜਾਂ ਫਿਰ ਇਹਦਾ ਸਟੈਟਿਕ ਬੇਸਡ ਪ੍ਰਸ਼ਨ ਪੁੱਛ ਲਿਆ ਗਿਆ। ਜੇਕਰ 15 ਪੈਡਾਗੋਜੀ ਦੇ ਪ੍ਰਸ਼ਨ ਹੈਗੇ ਆ ਤੇ ਇੱਕ ਅੱਧਾ ਇਹੋ ਜਿਹਾ ਪ੍ਰਸ਼ਨ ਆ ਸਕਦਾ ਆ। ਤੇ ਕੁਝ ਸਾਥੀ ਘਬਰਾ ਜਾਂਦੇ ਆ ਕਿ ਯਾਰ ਇੰਗਲਿਸ਼ ਬੜੀ ਔਖੀ ਹੈ, ਪੜ੍ਹੋਗੇ ਨਾ ਤੇ ਔਖੀ ਲੱਗੂਗੀ ਨਾ। ਜੇਕਰ ਤੁਹਾਡੇ 15 ਵਿੱਚੋਂ 13 ਨੰਬਰ ਵੀ ਆ ਗਏ, 10 ਨੰਬਰ ਵੀ ਆ ਗਏ, ਬਾਕੀ ਕੰਪਰੀਹੈਂਸ਼ਨ ਵਿੱਚੋਂ 10 ਨੰਬਰ ਆ ਗਏ, 20 ਨੰਬਰ ਤੁਹਾਡੇ ਇੰਗਲਿਸ਼ ਵਿੱਚ ਆ ਗਏ, ਤੇ ਮੈਂ ਤਾਂ ਮੰਨਦਾ ਮੋਰ ਦੈਨ ਸਫੀਸ਼ੀਐਂਟ ਹੈ। ਹੋਰ ਤੁਸੀਂ ਨੰਬਰ ਕਰਨੇ ਵੀ ਕੀ ਹੈ, ਪਾਸ ਹੀ ਹੋਣਾ ਨਾ ਇਸ ਪੇਪਰ ਦੇ ਵਿੱਚ। ਮਤਲਬ ਵੈਸੇ ਤੁਸੀਂ ਕੋਸ਼ਿਸ਼ ਜ਼ਰੂਰ ਕਰਨੀ ਹੈ ਚੰਗੇ ਨੰਬਰ ਲੈ ਜਾਣ। ਸੋ ਕੁਝ ਗੱਲਾਂ ਆਪਾਂ ਇੱਧਰ ਹੋ ਜਾਂਦੇ ਹਾਂ, ਪਰ ਇਹ ਸਾਰੀਆਂ ਚੀਜ਼ਾਂ ਤੁਹਾਡੇ ਲਈ ਜ਼ਰੂਰੀ ਹੈ। ਪ੍ਰਸ਼ਨ ਪੜ੍ਹ ਲੈਂਦੇ ਹਾਂ। There is at least one characteristics that is common to every successful language learning experience we have ever known, and that the learner is exposed one way as another to an adequate amount of the data of the language to be learned. These are the views of। ਸੋ ਮਤਲਬ ਇਹ ਜਿਹੜੀ ਸਾਰੀ ਲਾਈਨ ਲਿਖੀ ਹੋਈ ਆ, ਇਹ ਵਿਊਜ਼ ਕਿਹਦੇ ਹੈਗੇ ਆ। ਸਹੀ ਜਵਾਬ ਦੀ ਜੇਕਰ ਗੱਲ ਕਰਦੇ ਆ, ਇਹ ਗੱਲ ਕੀਤੀ ਸੀ ਕਿਹਦੇ ਦੁਆਰਾ, ਪ੍ਰੋਫੈਸਰ ਪੀ ਗੁਰੇ ਦੁਆਰਾ, ਐਚ ਰੋਬਿਨਸਨ, ਪ੍ਰੋਫੈਸਰ ਵੀ ਕੇ ਗੋਦਕ ਜਾਂ ਫਿਰ ਰਦਰਫੋਰਡ। ਆਪਸ਼ਨ ਨੰਬਰ ਡੀ ਜਵਾਬ ਤੁਹਾਡਾ ਸਹੀ ਹੋਏਗਾ ਜੀ। ਡੀ ਜਵਾਬ ਨੂੰ ਲਗਾ ਦਿਓ ਟਿਕ। ਇਹ ਗੱਲ ਇੱਕ ਵਾਰ ਸੈਂਟੈਂਸ ਦੁਬਾਰਾ ਪੜ੍ਹ ਲਿਓ ਕਿ ਆਹ ਚੀਜ਼ ਹੈਗੀ ਆ, ਇਹ ਰਦਰਫੋਰਡ ਨੇ ਕਹੀ ਸੀਗੀ। ਅੱਗੇ ਵੇਖ ਲਓ, ਸਕੀਮਿੰਗ ਤੋਂ ਰਿਲੇਟਡ ਇੱਕ ਪ੍ਰਸ਼ਨ ਹੈ। ਸਕੀਮਿੰਗ ਹੈ ਨਾ, ਪਹਿਲਾ ਵਰਡ ਹੀ ਮੇਰਾ ਧਿਆਨ ਹੀ ਇੱਧਰ ਗਿਆ, ਸਕੀਮਿੰਗ। ਫਿਰ ਵੇਖ ਥੱਲੇ ਲਿਖਿਆ ਹੋਇਆ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟਰੂ ਅਬਾਊਟ ਸਕੀਮਿੰਗ। ਸਕੀਮਿੰਗ ਹੁੰਦੀ ਕੀ ਹੈ, ਮੈਨੂੰ ਲੱਗਦਾ ਥਿਊਰੀ ਵਾਲੀ ਕਲਾਸ ਵਿੱਚ ਵੀ ਮੈਂ ਦੱਸਿਆ ਸੀਗਾ। ਇਟ ਮੀਨਸ ਦ ਡਿਟੇਲਡ ਸਟੱਡੀ ਆਫ ਦ ਟੈਕਸਟ ਬੁੱਕ ਫॉर ਥਰੂ ਮਾਸਟਰੀ ਆਫ ਦ ਲੈਂਗੁਏਜ। ਇੱਥੇ ਤਾਂ ਇਹਨਾਂ ਨੇ ਕਹਿਤਾ ਡਿਟੇਲ ਸਟੱਡੀ ਆਫ ਟੈਕਸਟ ਬੁੱਕ ਦੀ ਗੱਲ ਕੀਤੀ ਹੈਗੀ ਹੈ। ਦੂਸਰੀ ਆਪਸ਼ਨ ਵਿੱਚ ਲਿਖਿਆ ਹੋਇਆ ਇਟ ਇਜ਼ ਅ ਸਟੱਡੀ ਆਫ ਕੰਟੈਂਟ ਮਟੀਰੀਅਲ ਵਰਡ ਫਰੇਜ਼ਸ ਐਂਡ ਸਟੱਡੀ ਆਫ ਗ੍ਰਾਮਰ ਬੇਸਡ ਔਨ ਇਟ, ਜਾਂ ਫਿਰ ਇਟ ਇਜ਼ ਅ ਟੈਕਨੀਕ ਆਫ ਰੀਡਿੰਗ ਇਨ ਆਰਡਰ ਟੂ ਗੈਟ ਐਨ ਜਨਰਲ ਓਵਰਵਿਊ ਆਫ ਅ ਟੈਕਸਟ, ਜਾਂ ਫਿਰ ਆਪਸ਼ਨ ਨੰਬਰ ਡੀ ਇਟ ਇਜ਼ ਐਨ ਐਕਟ ਆਫ ਰੀਡਿੰਗ ਬੈਕਵਰਡ। ਸੋ ਇਹਦਾ ਜਿਹੜਾ ਜਵਾਬ ਹੈਗਾ ਜੀ ਉਹ ਤੁਸੀਂ ਦੱਸਣਾ ਆ। ਇਹਦਾ ਸਹੀ ਜਵਾਬ ਕੀ ਬਣੇਗਾ ਜੀ, ਆਪਸ਼ਨ ਨੰਬਰ ਇੱਥੇ ਜਿਹੜਾ ਤੁਹਾਡਾ ਸੀ ਜਵਾਬ ਹੈਗਾ ਜੀ ਉਹ ਬਿਲਕੁਲ ਸਹੀ ਹੈ ਕਿ ਜਦੋਂ ਆਪਾਂ ਜਰਨਲ ਆਈਡੀਆ ਲੈ ਲੈਂਦੇ ਆ, ਓਵਰਵਿਊ ਲੈ ਲੈਂਦੇ ਆ ਕਿਸੇ ਟੈਕਸਟ ਦਾ, ਉਹਨੂੰ ਤੁਸੀਂ ਨਾਮ ਦਿੰਦੇ ਹੋ ਸਕਿਮਿੰਗ ਦਾ। ਸੋ ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਚੱਲਦੇ ਆ ਜੀ ਅਗਲੇ ਪ੍ਰਸ਼ਨ ਦੇ ਉੱਤੇ। ਵੋਕੈਬਲਰੀ ਰਿਕੁਆਇਰਡ ਆਫ ਅ ਹਾਈ ਸਕੂਲ ਸਟੂਡੈਂਟ ਫॉर ਅਕੈਡਮਿਕ ਪਰਪਸ ਇਜ਼ ਅਕਵਾਇਰਡ। ਵੋਕੈਬਲਰੀ ਦੀ ਗੱਲ ਕੀਤੀ ਜਾ ਰਹੀ ਹੈ, ਹਾਈ ਸਕੂਲ ਦਾ ਬੱਚਾ ਆ। ਹਾਈ ਸਕੂਲ ਦੇ ਬੱਚੇ ਨੂੰ ਜੇਕਰ ਤੁਸੀਂ ਸ਼ਬਦ ਜਾਂ ਫਿਰ ਵੋਕੈਬਲਰੀ ਦੇ ਵਰਡ ਸਿਖਾਉਣੇ ਆ ਤੇ ਇਹ ਕਿਵੇਂ ਸਿਖਾਏ ਜਾ ਸਕਦੇ ਆ, ਬਾਈ ਟੌਟ ਮੈਨਰ, ਬਾਈ ਟਰੂਟ ਲਰਨਿੰਗ, ਰੱਟਾ ਮਰਾ ਦਿਓ, ਜਾਂ ਫਿਰ ਆਪਸ਼ਨ ਨੰਬਰ ਸੀ ਬਿਲਡ ਅਪ ਗ੍ਰੈਜੂਅਲੀ ਐਂਡ ਇਨਕਰੀਮੈਂਟਲੀ ਥਰੂ ਰੀਡਿੰਗ, ਕਿ ਹੌਲੀ ਹੌਲੀ ਆਪਾਂ ਸਿਖਾ ਸਕਦੇ ਹਾਂ, ਬੱਚਾ ਸਿੱਖੇਗਾ, ਜਾਂ ਫਿਰ ਵਨ ਆਫ ਦਾ ਅਬਵ। ਇੱਥੇ ਸ਼ਾਇਦ ਨਨ ਆਫ ਦਾ ਅਬਵ ਹੋਣਾ ਸੀਗਾ। ਸੋ ਦੱਸੋ ਕੀ ਜਵਾਬ ਸਹੀ ਹੋਊਗਾ ਜੀ। ਹਾਈ ਸਕੂਲ ਦੇ ਬੱਚੇ ਨੂੰ ਜੇਕਰ ਤੁਸੀਂ ਵੋਕੈਬਲਰੀ ਸਿਖਾਉਣਾ ਚਾਹੁੰਦੇ ਹੋ ਤੇ ਹੌਲੀ ਹੌਲੀ ਸਿੱਖੇਗਾ। ਆਪਸ਼ਨ ਨੰਬਰ ਜਿਹੜਾ ਸੀ ਜਵਾਬ ਹੈਗਾ ਜੀ ਇਹ ਸਹੀ ਹੋਏਗਾ, ਬਿਲਡ ਅਪ ਗ੍ਰੈਜੂਅਲੀ ਐਂਡ ਇਨਕਰੀਮੈਂਟਲੀ ਥਰੂ ਰੀਡਿੰਗ। ਆਪਸ਼ਨ ਨੰਬਰ ਸੀ ਜਵਾਬ ਰਾਈਟ ਹੈ। ਚੱਲਦੇ ਹਾਂ ਸੈਕੰਡ ਲਾਸਟ ਪ੍ਰਸ਼ਨ ਦੇ ਉੱਤੇ। ਪੁੱਛਿਆ ਜਾ ਰਿਹਾ ਕਿਹੜੀ ਸਟੇਟਮੈਂਟ ਸਹੀ ਆ, ਮਤਲਬ 3 ਸਟੇਟਮੈਂਟਾਂ ਇੱਥੇ ਗਲਤ ਹੋਣਗੀਆਂ, ਇੱਕ ਸਟੇਟਮੈਂਟ ਹੀ ਸਹੀ ਹੋਣੀ ਆ। ਗ੍ਰਾਮਰ ਕੈਨ ਬੀ ਇੰਟਰੋਡਿਊਸ ਆਫਟਰ ਬੇਸਿਕ ਲਿੰਗੁਇਸਟਿਕ ਕੰਪੀਟੈਂਸ ਇਜ਼ ਅਕਵਾਇਰਡ, ਕਿ ਗ੍ਰਾਮਰ ਨੂੰ ਉਦੋਂ ਹੀ ਇੰਟਰੋਡਿਊਸ ਕੀਤਾ ਜਾ ਸਕਦਾ ਆ ਜਦੋਂ ਬੇਸਿਕ ਲਿੰਗੁਇਸਟਿਕ ਕੰਪੀਟੈਂਸ ਨੂੰ ਅਕਵਾਇਰ ਕੀਤਾ ਜਾਵੇ, ਜਾਂ ਫਿਰ ਹੋ ਸਕਦਾ ਜਿਹੜੀਆਂ ਮੈਂ 3 ਲਿਖੀਆਂ 3 ਸਹੀ ਹੋਣ, ਮੈਂ ਧਿਆਨ ਨਹੀਂ ਦਿੱਤਾ। ਬਟ ਆਪਸ਼ਨ ਨੰਬਰ ਬੀ ਵੇਖੋ, ਗ੍ਰਾਮਰ ਸਰਵ ਐਜ਼ ਅ ਟੂਲ ਫॉर ਇਨਕਰੀਜ਼ਿੰਗ ਦ ਲੈਂਗੁਏਜ ਰੈਪਰਟੋਇਰ। ਇੱਥੇ ਗੱਲ ਕੀਤੀ ਜਾ ਰਹੀ ਹੈ ਕਿ ਗ੍ਰਾਮਰ ਜਿਹੜੀ ਹੈਗੀ ਹੈ ਜੀ ਉਹ ਸਾਡੀ ਬਹੁਤ ਹੈਲਪ ਕਰਦੀ ਹੈ, ਜਿਵੇਂ ਕਿ ਸੈਂਟੈਂਸ ਫਾਰਮੇਸ਼ਨ ਦੇ ਵਿੱਚ ਜਾਂ ਫਿਰ ਕੋਈ ਵੀ ਚੀਜ਼ ਆਪਾਂ ਸਿੱਖਦੇ ਹੈਗੇ ਆ ਭਾਸ਼ਾ ਦੇ ਵਿੱਚ। ਸੋ ਇੱਥੇ ਗ੍ਰਾਮਰ ਦੀ ਗੱਲ ਕੀਤੀ ਜਾ ਰਹੀ ਆ, ਜਾਂ ਫਿਰ ਆਪਸ਼ਨ ਨੰਬਰ ਸੀ ਗ੍ਰਾਮਰ ਇਜ਼ ਅ ਟੂਲ ਫॉर ਅੰਡਰਸਟੈਂਡਿੰਗ ਦ ਕੰਸਟਰਕਸ਼ਨ ਆਫ ਟੈਕਸਟ, ਰਿਟੋਰਿਕ ਐਂਡ ਆਰਗੂਮੈਂਟੇਸ਼ਨ। ਸੋ ਇੱਥੇ ਸਾਰੀਆਂ ਜਿਹੜੀਆਂ ਗੱਲਾਂ ਨੇ ਜੀ ਉਹ ਸਹੀ ਨੇ। ਆਲ ਆਫ ਦਾ ਅਬਵ ਇੱਥੇ ਆਨਸਰ ਆ ਜਾਊਗਾ। ਆਪਸ਼ਨ ਨੰਬਰ ਡੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਚੱਲਦੇ ਹਾਂ ਅੱਜ ਦੇ ਲਾਸਟ ਪ੍ਰਸ਼ਨ ਦੇ ਉੱਤੇ। ਲਾਸਟ ਪ੍ਰਸ਼ਨ ਹੈਗਾ ਜੀ ਇੱਕ ਸਟੈਟਿਕ ਬੇਸਡ ਪ੍ਰਸ਼ਨ ਹੈ। ਜਦੋਂ ਤੁਸੀਂ ਸਪੀਚ ਬੋਲ ਦਿੰਦੇ ਹੋ ਵਿਦਆਊਟ ਪ੍ਰੀ ਪ੍ਰੈਪਰੇਸ਼ਨ, ਕਈ ਵਾਰ ਜਿਹੜੇ ਤਾਂ ਸਾਥੀ ਸਕੂਲਾਂ 'ਚ ਪੜ੍ਹਾਉਂਦੇ ਆ, ਕਈ ਵਾਰ ਉਹਨਾਂ ਨੂੰ ਸਟੇਜ 'ਤੇ ਅਚਾਨਕ ਬੁਲਾ ਲਿਆ ਜਾਂਦਾ ਕਿ ਹਾਂਜੀ ਆਜੋ ਤੁਸੀਂ ਅੱਜ ਬੱਚਿਆਂ ਨੂੰ ਮੋਟੀਵੇਟ ਕਰੋ, ਤਾਂ ਤੁਹਾਨੂੰ ਇੱਕ ਸਪੀਚ ਬੋਲਣੀ ਪੈਂਦੀ ਆ ਜਿਹੜੀ ਕਿ ਵਿਦਆਊਟ ਐਨੀ ਪ੍ਰੈਪਰੇਸ਼ਨ ਹੁੰਦੀ ਹੈ। ਉਹਨੂੰ ਤੁਸੀਂ ਕਹਿੰਦੇ ਕੀ ਹੋ? ਕੀ ਇਹ ਡਿਬੇਟ ਹੈ, ਕੀ ਇਹ ਡੈਕਲਾਮੇਸ਼ਨ ਹੈ, ਐਕਸਟੈਂਪੋਰ ਹੈ, ਜਾਂ ਫਿਰ ਆਲ ਆਫ ਦਾ ਅਬਵ? ਇਹਨੂੰ ਤੁਸੀਂ ਕਹਿੰਦੇ ਹੋ ਜੀ ਐਕਸਟੈਂਪੋਰ। ਐਕਸਟੈਂਪੋਰ ਕਹਿੰਦੇ ਹੋ। ਕਈ ਵਾਰ ਕਿ ਮੈਂ ਤਾਂ ਰੋਜ਼ ਹੀ ਚਲੋ ਅਸੈਂਬਲੀ ਵਿੱਚ ਬੋਲਦਾ ਹਾਂ, ਆਪਣੇ ਸਕੂਲ ਦੀ ਅਸੈਂਬਲੀ ਵਿੱਚ। ਆਪਣੇ ਕੋਲ ਬੱਚੇ ਥੋੜ੍ਹੇ ਜਿਹੇ ਘੱਟ ਹੈ ਮੇਰੇ ਸਕੂਲ 'ਚ, ਅਤੇ ਡੇਲੀ ਮੈਂ ਬੱਚਿਆਂ ਨੂੰ ਮੋਟੀਵੇਟ ਕਰਦਾ ਹੁੰਦਾ
ਕਿ ਬੇਟਾ ਪੜ੍ਹੋ ਪੜ੍ਹੋ ਪੜ੍ਹੋ, ਪੜ੍ਹਨ ਦਾ ਜਿਹੜਾ ਸਮਾਂ ਹੈਗਾ ਜੀ ਤੁਹਾਨੂੰ ਮਿਲਿਆ ਹੋਇਆ। ਬਹੁਤ ਸਾਰੇ ਇਹੋ ਜਿਹੇ ਬੱਚੇ ਬਾਹਰ ਹੈਗੇ ਆ ਜਿਨ੍ਹਾਂ ਨੂੰ ਪੜ੍ਹਨ ਦਾ ਮੌਕਾ ਨਹੀਂ ਮਿਲ ਰਿਹਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਆਪਾਂ ਬੱਚਿਆਂ ਨੂੰ ਸਮਝਾਈਦੀਆਂ ਆ, ਜਾਂ ਫਿਰ ਮੈਂ ਕੋਈ ਬਿਨਾਂ ਪ੍ਰਿਪਰੇਸ਼ਨ ਤੋਂ ਬੱਚਿਆਂ ਨੂੰ ਐਵੇਂ ਸਮਝਾਉਣਾ ਆ, ਉਹਨੂੰ ਤੁਸੀਂ ਐਕਸਟੈਂਪੋਰ ਕਹਿੰਦੇ ਹੋ। ਸੋ ਆਪਸ਼ਨ ਨੰਬਰ ਸੀ ਜਵਾਬ ਸਹੀ ਹੋਊਗਾ। ਐਂਡ ਦੋਸਤੋ ਦੱਸਿਓ ਤੁਹਾਡੇ ਇੱਥੇ 15 ਵਿੱਚੋਂ ਨੰਬਰ ਕਿੰਨੇ ਬਣੇ ਆ। ਕਾਫੀ ਸਾਰੇ ਸਾਥੀ ਕਮੈਂਟ ਕਰ ਦਿੰਦੇ ਆ, ਬਟ ਮੈਕਸਿਮਮ ਜਿਹੜੀ ਮੈਜੋਰਟੀ ਹੈਗੀ ਆ ਜੀ ਉਹ ਕਮੈਂਟ ਨਹੀਂ ਕਰਦੀ, ਬਸ ਉਹ ਵੀਡੀਓਜ਼ ਦੇਖ ਕੇ ਚਲੇ ਜਾਂਦੇ ਆ। ਸੋ ਦੋਸਤੋ ਤੁਹਾਡੇ ਕਮੈਂਟ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਆ। ਜੇ ਤੁਸੀਂ ਕਮੈਂਟ ਕਰਦੇ ਰਹੋਗੇ ਮੈਂ ਵੀਡੀਓਜ਼ ਬਣਾਉਂਦਾ ਰਹੂੰਗਾ। ਸੋ ਦੋਸਤੋ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਨ ਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਸੋ ਦੋਸਤੋ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।